ਅੱਜ ਦੇ ਪੰਜਾਬੀ ਲੋਕ ਰੰਗ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਾ ਹਾਂ। ਆਓ ਅੱਜ ਆਪਾਂ ਇੱਕ ਨਵੀਂ ਉਡਾਰੀ ਮਾਰਦੇ ਹਾਂ ਤੇ ਪਹੁੰਚ ਜਾਂਦੇ ਹਾਂ 20ਵੀਂ ਸ਼ਤਾਬਦੀ ਦੇ ਪਹਿਲੇ ਦਹਾਕਿਆਂ 'ਚ ਤੇ ਗੱਲ ਕਰਦੇ ਹਾਂ ਉਸ ਵਿਅਕਤੀ ਦੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਲਾ ਦਿੱਤੀ। ਮੇਰੀ ਮੁਰਾਦ ਹੈ ਪੰਜਾਬ ਦੀ ਬੁਲਬੁਲ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਾਡੇ ਕਵੀ ਬਾਬੂ ਫਿਰੋਜ਼ਦੀਨ ਸ਼ਰਫ ਤੋਂ। ਹਿਜਰ ਤੇਰੇ ਵਿੱਚ ਰੋ ਰੋ ਮੇਰੇ ਦੀਦੇ ਹੋ ਗਏ ਚਾਨਣੀਆਂ, ਕਦਰਾਂ ਵਾਲੇ ਕਦਰਾਂ ਜਾਣਨ ਤੂੰ ਕੀ ਕਦਰਾਂ ਜਾਣਣੀਆਂ। 1975 ਤੋਂ ਸਰੀ ਇੰਡੀਆ ਆਰਟਸ ਕਲੱਬ ਕੈਨੇਡਾ ਵਿੱਚ ਪੰਜਾਬੀ ਲੋਕ ਨਾਚਾਂ ਦੇ ਪ੍ਰਸਾਰ ਲਈ ਕੰਮ ਕਰਦਾ ਆ ਰਿਹਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਜੇਕਰ ਭੰਗੜਾ ਸਿਖਾਉਣਾ ਹੋਵੇ ਤੇ ਸਰੀ ਇੰਡੀਆ ਆਰਟਸ ਕਲੱਬ ਨਾਲ 604 572 8384 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਸਰੀ ਇੰਡੀਆ ਆਰਟਸ ਕਲੱਬ। ਲੋ ਕਾਸਟ ਆਟੋ ਰਿਪੇਅਰਸ, ਕਾਰਸ, ਹਾਈਬ੍ਰਿਡ ਕਾਰਸ, ਟੈਕਸੀਜ਼, ਲਾਈਟ ਟਰੱਕਸ, ਲੈਮੋਜ਼ਿਨਸ ਦੀ ਰਿਪੇਅਰਸ ਦੇ ਵਿੱਚ ਇਹ ਸਪੈਸ਼ਲਾਈਜ਼ਡ ਹਨ। ਇੱਥੋਂ ਤੁਸੀਂ ਆਪਣੀ ਗੱਡੀਆਂ ਦੇ ਕੂਲਿੰਗ ਸਿਸਟਮਸ, ਬ੍ਰੇਕ, ਸਟਾਰਟਰਸ, ਕਲਚਸ, ਮਫਲਰਸ ਕਿਸੇ ਤਰ੍ਹਾਂ ਦੀ ਮੁਰੰਮਤ ਕਰਵਾ ਸਕਦੇ ਹੋ। ਇਹ ਸੇਫਟੀ ਇੰਸਪੈਕਸ਼ਨ ਤੇ 에ਅਰ ਕੇਅਰ ਵੀ ਕਰਦੇ ਨੇ। ਹਫਤੇ ਦੇ 7 ਦਿਨ ਖੁੱਲ੍ਹੇ ਨੇ। ਧਰਮ ਨੂੰ 6042781936 ਤੇ ਅੱਜ ਹੀ ਸੰਪਰਕ ਕਰੋ। ਆਓ ਤੁਹਾਨੂੰ ਲੈ ਚੱਲਦੇ ਹਾਂ ਗੋਲਡ ਓਕ ਫਰਨੀਚਰ ਤੇ ਫੈਕਟਰੀ ਡਾਇਰੈਕਟ ਸ਼ੋਰੂਮ ਦੇ ਵਿੱਚ। ਤੁਸੀਂ ਇੱਥੋਂ ਆਪਣੀ ਲੋੜ ਮੁਤਾਬਿਕ ਲੈ ਸਕਦੇ ਹੋ ਸਸਤੇ, ਟਿਕਾਊ ਤੇ ਹੰਡਨਸਾਰ ਬਾਕਸ ਬੈੱਡ, ਮੇਡ ਇਨ ਕੈਨੇਡਾ ਬਣੇ ਸੋਫੇ, ਐਲੀਗੈਂਟ ਤੇ ਯੂਨੀਕ। ਤੁਹਾਡੇ ਘਰਾਂ ਲਈ ਕਿਚਨ ਟੇਬਲਸ ਦੀ ਇੱਥੇ ਵਾਈਡ ਵੈਰਾਈਟੀ ਮੌਜੂਦ ਹੈ। ਸਾਡੇ ਤੋਂ ਤੁਸੀਂ ਕਸਟਮ ਮੇਡ ਤੇ ਰੈਗੂਲਰ ਡੈਸਕ ਵੀ ਲੈ ਸਕਦੇ ਹੋ। ਗੋਲਡ ਓਕ ਫਰਨੀਚਰ ਦੇ ਤੁਹਾਡਾ ਸਵਾਗਤ ਕਰਨਗੇ ਸੁਖਦੇਵ ਸਿੰਘ ਗਿੱਲ, ਜਿਨ੍ਹਾਂ ਦਾ ਫੋਨ ਨੰਬਰ ਹੈ 604 596 2140। ਤੁਹਾਡੀ ਸਹੂਲਤ ਲਈ ਡਿਲੀਵਰੀ ਤੇ ਸੈਟਅਪ ਵੀ ਕਰਦੇ ਨੇ। ਫਿਰੋਜ਼ਦੀਨ ਸ਼ਰਫ ਦੀ ਮੇਰੇ ਕੋਲ ਕੋਈ ਵੀਡੀਓ ਨਹੀਂ ਤੇ ਨਾ ਹੀ ਉਹਨਾਂ ਦੀ ਕੋਈ ਫੋਟੋ ਹੈ। ਜੇ ਹੈ ਤਾਂ ਉਹਨਾਂ ਦੀਆਂ ਕਵਿਤਾਵਾਂ ਤੇ ਕਵਿਤਾਵਾਂ 'ਚੋਂ ਡੁੱਲ ਡੁੱਲ ਪੈਂਦਾ ਪੰਜਾਬੀ ਬੋਲੀ ਦਾ ਪਿਆਰ। ਮੈਨੂੰ ਕੋਈ ਹੈਰਾਨਗੀ ਨਹੀਂ ਹੋਏਗੀ ਜੇਕਰ ਤੁਹਾਡੇ 'ਚੋਂ ਬਹੁਤ ਸਾਰੇ ਇਹ ਕਹਿਣ ਹੈ ਫਿਰੋਜ਼ਦੀਨ ਸ਼ਰਫ, ਅਸੀਂ ਤਾਂ ਇਹ ਨਾਮ ਕਦੇ ਸੁਣਿਆ ਹੀ ਨਹੀਂ। ਕਵਿਤਾ ਪੜ੍ਹਨੀ ਤਾਂ ਗੱਲ ਹੀ ਵੱਖਰੀ ਹੈ। ਅੱਜ ਕੱਲ੍ਹ ਸਾਰੇ ਹੀ ਕਹਿੰਦੇ ਨੇ ਸਾਡੀ ਗੱਲ ਸੁਣੋ, ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਹਾਂ। ਤੇ ਤੁਸੀਂ ਅਕਸਰ ਕਹਿ ਛੱਡਦੇ ਹੋ ਉਹ ਬੋਲੀ ਦੀ ਸੇਵਾ ਕੌਣ ਕਰਦਾ ਹੈ, ਹਰ ਕੋਈ ਆਪਣਾ ਸੂਤ ਵੇਖਦਾ ਹੈ, ਪੈਸੇ ਬਣਾਉਂਦਾ ਹੈ। ਤੇ ਸ਼ਾਇਦ ਇਸ ਗੱਲ ਦੇ ਵਿੱਚ ਸੱਚਾਈ ਵੀ ਹੈ। ਪਰ ਨਾਲ ਹੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਦੂਸਰਿਆਂ ਨੂੰ ਤਾਂ ਕਹਿ ਛੱਡਦੇ ਹਾਂ, ਪਰ ਆਪ ਆਪਣੀ ਖੰਡ ਤੋਂ ਮਿੱਠੀ ਬੋਲੀ ਦੀ ਸੇਵਾ ਕਿਸ ਤਰ੍ਹਾਂ ਕਰਦੇ ਹਾਂ। ਫਿਰੋਜ਼ਦੀਨ ਸ਼ਰਫ ਹੋਣਾ ਬਾਰੇ ਮੇਰੀ ਇਹ ਕੋਸ਼ਿਸ਼ ਤੇ ਇਸ ਦੇ ਵਿੱਚ ਤੁਹਾਡਾ ਸ਼ਰੀਕ ਹੋਣਾ ਸ਼ਾਇਦ ਬੋਲੀ ਦੀ ਸੇਵਾ ਕਰਨ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਹੋ ਨਿਬੜੇ। ਇਸ ਮਹਾਨ ਕਵੀ ਬਾਰੇ ਜਾਣਕਾਰੀ ਪ੍ਰਾਪਤ ਕਰੋ, ਆਪਣੇ ਬੱਚਿਆਂ ਨੂੰ ਤੇ ਹੋਰਨਾਂ ਦੇ ਨਾਲ ਇਸ ਜਾਣਕਾਰੀ ਨੂੰ ਸਾਂਝੀ ਕਰੋ ਤਾਂ ਜੋ ਸਾਡੇ ਖਿਆਲਾਂ ਦੇ ਵਿੱਚ, ਸਾਡੇ ਵਿਚਾਰਾਂ ਦੇ ਵਿੱਚ ਪੰਜਾਬ ਦਾ ਇਹ ਪਿਆਰਾ ਕਵੀ ਮੁੜ ਜੀਵਤ ਹੋ ਸਕੇ। ਉਹ ਲੋਕ ਬੜੇ ਭਾਗਾਂ ਵਾਲੇ ਸਨ ਜਿਨ੍ਹਾਂ ਨੇ ਪੰਜਾਬ ਦੇ ਉਹ ਦਿਨ ਵੇਖੇ ਜਦੋਂ ਪੰਜਾਬੀ ਤੇ ਪੰਜਾਬੀਅਤ ਜ਼ੋਰਾਂ ਉੱਤੇ ਸੀ। ਫਿਰੋਜ਼ਦੀਨ ਸ਼ਰਫ ਉਸ ਸਮੇਂ ਦਾ ਮੰਨਿਆ ਪ੍ਰਮੰਨਿਆ ਕਵੀ ਹੈ ਜਿਸ ਨੇ ਪੰਜਾਬ ਦੀ ਧਰਤੀ ਨੂੰ ਮਾਣਿਆ, ਇੱਥੋਂ ਦੇ ਵਲਵਲੇ ਤੱਕੇ, ਇੱਥੋਂ ਦਾ ਰੋਮਾਂਸ ਵੇਖਿਆ ਅਤੇ ਇੱਥੋਂ ਦੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਦੀ ਸ਼ਲਾਘਾ ਕੀਤੀ। ਉਹ ਪਹਿਲਾ ਪੰਜਾਬੀ ਹੈ ਜਿਸ ਨੂੰ ਪੰਜਾਬੀ ਭਾਸ਼ਾ ਦਾ ਸੱਚਾ ਸੁੱਚਾ ਆਸ਼ਿਕ ਕਿਹਾ ਜਾ ਸਕਦਾ ਹੈ। उठ मशरिक़ वाले साकिया ਵੀਹਵੀਂ ਸਦੀ ਦੇ ਚੜ੍ਹਾਅ ਨਾਲ ਪੰਜਾਬੀ ਸਾਹਿਤ ਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ।
ਜਿਸ ਨੂੰ ਉਚਿਤ ਤੌਰ ਤੇ ਆਧੁਨਿਕ ਕਾਲ ਦਾ ਨਾਮ ਦਿੱਤਾ ਜਾ ਸਕਦਾ ਹੈ। 19ਵੀਂ ਸ਼ਤਾਬਦੀ ਦੇ ਅਖੀਰਲੇ ਦਹਾਕਿਆਂ ਵਿੱਚ ਉਰਦੂ ਮੁਸ਼ਾਰਿਆਂ ਦਾ ਰਿਵਾਜ ਪੂਰੇ ਜ਼ੋਰਾਂ ਤੇ ਸੀ। ਇਹਨਾਂ ਮੁਸ਼ਾਰਿਆਂ ਦੇ ਵਿੱਚ ਕਦੇ ਕਤਾਏ ਕਿਸੇ ਪੰਜਾਬੀ ਕਵੀ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਂਦਾ। ਇਸ ਵਰਤਾਰੇ ਨਾਲ ਪੰਜਾਬੀ ਕਵੀ ਆਪਣੀ ਹੇਠੀ ਸਮਝਣ ਲੱਗ ਪਏ ਤੇ ਉਹਨਾਂ ਨੇ ਆਪਣੇ ਵੱਖਰੇ ਅਖਾੜੇ ਲਾਣੇ ਸ਼ੁਰੂ ਕਰ ਦਿੱਤੇ। ਲਾਹੌਰ ਸ਼ਹਿਰ ਵਿੱਚ ਆਮ ਤੌਰ ਤੇ ਇਹਨਾਂ ਮੁਸ਼ਾਰਿਆਂ ਦਾ ਪਿੜ ਪੱਟੀ ਦਰਵਾਜ਼ੇ, ਮੱਤੀ ਦੇ ਚੌਂਕ ਜਾਂ ਮੋਤੀ ਦਰਵਾਜ਼ੇ ਵਿੱਚ ਵੱਜਦੇ। ਫਿਰੋਜ਼ਦੀਨ ਸ਼ਰਫ ਵੀ ਗਾਮੂ ਖਾਂ, ਅਰੋੜਾ ਰਾਏ, ਫਜ਼ਲ ਰਾਏ ਆਦਿ ਦੇ ਚਲਾਏ ਕਵੀ ਦਰਬਾਰਾਂ ਦੀ ਲਹਿਰ ਦੀ ਉਪਜ ਸੀ। ਲੋਕਾਂ ਵਿੱਚ ਉਹ ਪੰਜਾਬੀ ਬੁਲਬੁਲ ਦੇ ਨਾਮ ਨਾਲ ਸਤਿਕਾਰੇ ਜਾਂਦੇ ਸਨ। ਫਿਰੋਜ਼ਦੀਨ ਸ਼ਰਫ 20ਵੀਂ ਸਦੀ ਦੇ ਪਹਿਲੇ ਅੱਧ ਦਾ ਪੰਜਾਬੀ ਦਾ ਪ੍ਰਸਿੱਧ ਸਟੇਜੀ ਕਵੀ ਹੋਇਆ ਹੈ, ਜਿਸ ਨੇ ਧਰਮ ਦੀਆਂ ਤੰਗ ਹੱਦਾਂ ਤੋਂ ਉੱਠ ਕੇ ਆਪਣੀ ਕਵਿਤਾ ਲਿਖੀ। ਉਹ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਦਾ ਮੁੱਦਾ ਹੀ ਸੀ। ਫਿਰੋਜ਼ਦੀਨ ਸ਼ਰਫ ਦਾ ਜਨਮ 1898 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾ ਸਾਂਸੀ ਦੇ ਨੇੜਲੇ ਪਿੰਡ ਤੋਲਾ ਨੰਗਲ ਵਿਖੇ ਖਾਨ ਵੀਰੂ ਦੇ ਘਰ ਹੋਇਆ। ਅਜੇ ਆਪ 7 ਸਾਲ ਦੀ ਆਯੂ ਦੇ ਸਨ ਕਿ ਪਿਤਾ ਦੀ ਮ੍ਰਿਤਿੂ ਹੋ ਗਈ। ਸ਼ਰਫ ਨੇ 2 ਜਮਾਤਾਂ ਪਾਸ ਹੀ ਕੀਤੀਆਂ ਸਨ ਕਿ ਸਕੂਲ ਦੀ ਪੜ੍ਹਾਈ ਛੱਡਣੀ ਪਈ ਤੇ ਜੀਵਨ ਦਾ ਕੋਲ ਉਹਨਾਂ ਨੂੰ ਕਿਸਮਤ ਦੇ ਨਾਲ ਲਾਹੌਰ ਲੈ ਆਂਦਾ ਹੈ। 14-15 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮੁਹੰਮਦ ਰਮਜ਼ਨ ਹਮਦਮ ਦੇ ਸ਼ਾਗਿਰਦ ਬਣ ਕੇ ਕਵਿਤਾ ਲਿਖਣ ਦਾ ਹੁਨਰ ਸ਼ੁਰੂ ਕੀਤਾ ਤੇ ਬਸ ਫਿਰ ਉਹਨਾਂ ਦੇ ਅੰਦਰਲਾ ਕਵੀ ਤੇ ਗੀਤਕਾਰ ਜਾਗ ਪਿਆ। ਚਿੱਟੇ ਚਿੱਟੇ ਹੰਝੂ ਮੇਰੇ ਕਿਰਮਚੀ ਬਣਾ ਦਿੱਤੇ, ਐਡਾ ਗੂੜਾ ਮੇਰੇ ਨਾਲ ਪਾ ਲਿਆ ਪਿਆਰ ਗਮ, ਭਰਿਆ ਜਾਏ ਚਾਣ ਚੁੱਕ ਰੁੱਗ ਮੇਰੇ ਕਾਲਜੇ ਨੂੰ, ਚੋਬ ਦੇ ਵਿੱਚ ਚੁੱਪ ਕੀਤਾ ਤਿਖੜੀ ਜਹੀ ਆਰ ਗਮ, ਵੱਗ ਵੱਗ ਹੌਂਕਿਆਂ ਦੇ ਗਾਹਕ ਪਏ ਆਉਂਦੇ ਨੇ, ਲਾਵੇ ਜਦੋਂ ਆਣ ਕੇ ਦਲੀਲਾਂ ਦੇ ਅੰਬਾਰ ਗਮ, ਪੰਡਾ ਤੇ ਭੰਡਾਰੀਆਂ ਦੀ ਖੇਡ ਖੇਡੇ ਮੇਰੇ ਨਾਲ, ਇੱਕ ਮੁੱਕੀ ਲਾ ਕੇ ਦੂਜੀ ਰੱਖਦਾ ਤਿਆਰ ਗਮ। ਬੜੀ ਹੈਰਾਨੀ ਦੀ ਗੱਲ ਹੈ, ਫਿਰੋਜ਼ਦੀਨ ਸ਼ਰਫ ਕਿਸੇ ਵੇਲੇ ਲਾਹੌਰ ਰੇਲਵੇ ਸਟੇਸ਼ਨ ਤੇ ਕੁਲੀ ਦਾ ਕੰਮ ਕਰਿਆ ਕਰਦੇ ਸੀ। ਇੱਕ ਫਕੀਰ ਨੂੰ ਕਿਸੇ ਸੂਫੀ ਸੰਤ ਦੀ ਕਵਿਤਾ ਪੜ੍ਹਦਿਆਂ ਸੁਣਿਆ। ਉਸ ਦੇ ਮਨ ਵਿੱਚ ਇੱਕ ਨਵਾਂ ਵਲਵਲਾ ਪੈਦਾ ਹੋਇਆ। ਉਸਨੇ ਕਿਹਾ ਮੈਂ ਵੀ ਕਵਿਤਾ ਲਿਖਿਆ ਕਰਾਂਗਾ। ਔਰ ਜਦੋਂ ਉਹ ਕਵਿਤਾ ਲਿਖਣ ਲੱਗਾ, ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਪੰਜਾਬੀ ਮਾਂ ਨੂੰ ਉਹ ਆਪਣੀ ਮਾਂ ਸਮਝਦਾ ਹੈ, ਉਸ ਦੇ ਰਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ। ਇਸ ਲਈ ਉਸਨੇ ਇੱਕ ਪਲੈਜ ਲਿਆ, ਇੱਕ ਪਰਨ ਲਿਆ, ਇੱਕ ਇਕਰਾਰ ਕੀਤਾ ਕਿ ਮਾਂ, ਜਿੰਨਾ ਚਿਰ ਮੈਂ ਜਿਉਂਦਾ ਆਪਣੀ ਕਵਿਤਾ ਨਾਲ ਤੈਨੂੰ ਐਸਾ ਸ਼ਿੰਗਾਰਾਂਗਾ ਕਿ ਸਾਰੇ ਸੰਸਾਰ ਵਿੱਚ ਤੇਰੀ ਤਨ ਤਨ ਹੋ ਉੱਠੇ। ਫਾਰਮਾਸਿਟੀ ਤੇ ਅਸੀਂ ਤੁਹਾਡੀਆਂ ਦਵਾਈਆਂ ਬਲਿਸਟਰ ਪੈਕ 'ਚ ਦਿੰਦੇ ਹਾਂ ਤਾਂ ਜੋ ਤੁਸੀਂ ਆਪਣੀ ਦਵਾਈ ਖਾਣਾ ਨਾ ਭੁੱਲੋ। ਨਾਲੇ ਅਸੀਂ ਤੁਹਾਡੀਆਂ ਦਵਾਈਆਂ ਤੁਹਾਡੇ ਘਰ ਵੀ ਡਿਲੀਵਰ ਕਰਦੇ ਹਾਂ। ਹੋ ਸਕਦਾ ਹੈ ਕਿ ਤੁਸੀਂ ਆਪਣੀ ਦਵਾਈਆਂ ਲਈ ਵਾਧੂ ਪੈਸੇ ਦੇ ਰਹੇ ਹੋ ਤੇ ਗਵਰਨਮੈਂਟ ਨਾਲ ਰਜਿਸਟਰ ਨਾ ਹੋ। ਇਸ ਬਾਰੇ ਵਧੇਰੀ ਜਾਣਕਾਰੀ ਲਈ ਸਾਡੀ ਸਰੀ ਤੇ ਐਬਸਫੋਰਡ ਲੋਕੇਸ਼ਨਾਂ ਤੇ ਆਓ। ਨਾਲੇ ਸਾਡੀ ਤਿੰਨੋਂ ਲੋਕੇਸ਼ਨਾਂ ਤੇ ਵਾਕ-ਇਨ ਕਲੀਨਿਕ ਦੀ ਸੁਵਿਧਾ ਦਾ ਵੀ ਲਾਭ ਲਓ। ਫਾਰਮਾਸਿਟੀ ਹਮੇਸ਼ਾ ਤੁਹਾਡੀ ਸੇਵਾ ਵਿੱਚ। ਸਰੀ ਤੇ ਐਬਸਫੋਰਡ। 1975 ਤੋਂ ਸਰੀ ਇੰਡੀਆ ਆਰਟਸ ਕਲੱਬ ਕੈਨੇਡਾ ਵਿੱਚ ਪੰਜਾਬੀ ਲੋਕ ਨਾਚਾਂ ਦੇ ਪ੍ਰਸਾਰ ਲਈ ਕੰਮ ਕਰਦਾ ਆ ਰਿਹਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਜੇਕਰ ਭੰਗੜਾ ਸਿਖਾਉਣਾ ਹੋਵੇ ਤੇ ਸਰੀ ਇੰਡੀਆ ਆਰਟਸ ਕਲੱਬ ਨਾਲ 604 572 8384 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਸਰੀ ਇੰਡੀਆ ਆਰਟਸ ਕਲੱਬ। ਕੀ ਤੁਸੀਂ ਮਾਰਗੇਜ ਦੀ ਭਾਲ ਵਿੱਚ ਹੋ? ਹੋਮ ਕਮਰਸ਼ੀਅਲ ਪ੍ਰਾਈਵੇਟ ਸੈਕੰਡ ਮਾਰਗੇਜ ਜਾਂ ਕੈਨੇਡਾ ਵਿੱਚ ਆਪਣਾ ਪਹਿਲਾ ਘਰ ਲੈਣਾ ਹੈ ਤਾਂ ਅਮਨ ਖਟਕਰ ਗਰੁੱਪ ਦੇ ਅਮਨ ਖਟਕਰ ਨੂੰ ਸੰਪਰਕ ਕਰੋ। ਪਰਚੇਸਿੰਗ, ਰਿਨਿਊਅਲਸ, ਰੀਫਾਈਨੈਂਸਿੰਗ, ਵਨ ਸਟਾਪ ਸ਼ਾਪਿੰਗ। ਲੋਅਰ ਮੇਨਲੈਂਡ ਵਿੱਚ 3 ਲੋਕੇਸ਼ਨਾਂ ਤੁਹਾਡੀ ਸੇਵਾ ਵਿੱਚ, ਸਰੀ, ਵੈਨਕੂਵਰ ਤੇ ਐਬਸਫੋਰਡ। ਫੋਨ 604 825 1314 ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਫਿਰੋਜ਼ਦੀਨ ਸ਼ਰਫ ਦੀ ਕਵਿਤਾ ਦੇ ਵਿੱਚ ਰਾਗ ਹੈ, ਵਲਵਲਾ ਹੈ ਅਤੇ ਖਿਆਲ ਦੀ ਉਡਾਰੀ ਹੈ। ਉਸ ਦੀ ਕਵਿਤਾ ਦੀ ਤੋਰ ਵਿੱਚ ਸਹਿਜ ਸੁਭਾਵਿਕਤਾ ਹੈ ਜੋ ਦਿਲ ਨੂੰ ਹਲੂਣ ਦਿੰਦੀ ਹੈ। ਉਹਨਾਂ ਦੀ ਜ਼ਿੰਦਗੀ ਦੇ ਵਿੱਚ 3 ਘਟਨਾਵਾਂ ਅਜਿਹੀਆਂ ਵਾਪਰੀਆਂ ਜਿਨ੍ਹਾਂ ਨੇ ਉਹਨਾਂ ਦੀ ਕਾਵ ਚੇਤਨਾ ਨੂੰ ਜ਼ਬਰਦਸਤ ਹਲੂਣਾ ਦਿੱਤਾ। 1919 ਦੇ ਜਲਿਆਂਵਾਲੇ ਬਾਗ ਦਾ ਸਾਕਾ, 1920 ਵਿੱਚ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਤੇ ਤੀਸਰਾ ਗੁਰਦੁਆਰਾ ਦੇ ਸੁਧਾਰ ਦੇ ਲਈ ਨਨਕਾਣਾ ਸਾਹਿਬ ਅਤੇ ਗੁਰੂ ਕੇ ਬਾਗ ਦੇ ਮੋਰਚੇ। 1920 ਦੀ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਨੇ ਸ਼ਰਫ ਦੀ ਰੂਹ ਨੂੰ ਝੰਜੋੜ ਦਿੱਤਾ ਤੇ ਉਸ ਨੇ ਅਨਿਆਂ ਤੇ ਬੇਇਨਸਾਫੀ ਦੇ ਵਿਰੁੱਧ ਬਹੁਤ ਹੀ ਜੋਸ਼ੀਲੇ ਤੇ ਉਭਾਰੂ ਕਵਿਤਾਵਾਂ ਲਿਖੀਆਂ।
ਪ੍ਰੋਫੈਸਰ ਐਸ ਅਨਮੋਲ ਦੇ ਸ਼ਬਦਾਂ ਦੇ ਵਿੱਚ ਸ਼ਰਫ ਆਪਣੀ ਕਵਿਤਾ ਸੁਣਾ ਕੇ ਲੋਕਾਂ ਦੇ ਮਨ ਨੂੰ ਇੰਨਾ ਹਲੂਣ ਦਿੰਦਾ ਸੀ ਕਿ ਉਹ ਹੜਤਾਲ ਵਿੱਚ ਸ਼ਾਮਿਲ ਹੋਣ ਲਈ ਉਤਾਵਲੇ ਹੋ ਉੱਠਦੇ। ਹਾਲਾਂਕਿ ਉਸ ਵੇਲੇ ਹੜਤਾਲ ਇੱਕ ਭਿਆਨਕ ਸ਼ਬਦ ਸੀ ਤੇ ਬਹੁਤ ਹੱਦ ਤੱਕ ਭਾਰਤ ਦੇ ਵਿੱਚ ਇਹ ਪਹਿਲਾ ਤਜਰਬਾ ਸੀ ਤੇ ਉਹ ਵੀ ਇੰਨੇ ਵਿਸ਼ਾਲ ਪੱਧਰ ਦੇ ਉੱਤੇ। ਇਸੇ ਤਰ੍ਹਾਂ ਵਿਸਾਖੀ ਵਾਲੇ ਦਿਨ 1919 ਦੀ ਜਲਿਆਂਵਾਲੇ ਬਾਗ ਦੀ ਘਟਨਾ ਨੂੰ ਸ਼ਰਫ ਦੀ ਕਮਲ ਨੇ ਬੜੇ ਦਰਦ ਭਿੰਨੇ ਸ਼ਬਦਾਂ ਦੇ ਵਿੱਚ ਰੂਪਮਾਨ ਕੀਤਾ। ਕਿਧਰੇ ਤੜਫਦੇ ਤੇ ਕਿਧਰੇ ਸਹਿਕਦੇ ਸਨ, ਕਿਧਰੇ ਵਿਲਕਦੇ ਸਨ ਨੀਮ ਜਾਣ ਇੱਥੇ, ਜ਼ਖਮੀ ਪਾਣੀ ਬਿਨ ਮਛਲੀਆਂ ਵਾਂਗ ਤੜਫੇ, ਨਾਲੇ ਖੂਨ ਦੇ ਹੋਏ ਰਵਾਨ ਇੱਥੇ, ਕਈ ਖੂਹ ਵਿੱਚ ਡਿੱਗ ਪਏ ਵਾਂਗ ਯੂਸਫ, ਮਰ ਗਏ ਕਈ ਤੇ ਹਾਏ ਜਵਾਨ ਇੱਥੇ। ਗੁਰੂ ਕੇ ਬਾਗ ਨੂੰ ਜਾਂਦੇ ਜੱਥੇ ਨੂੰ ਬੇਰਹਿਮੀ ਦੇ ਨਾਲ ਡਾਂਗਾ ਮਾਰ ਕੇ ਪੁਲਿਸ ਨੇ ਅੱਧਮੋਇਆ ਕਰ ਦੇਣਾ ਤੇ ਪਿੱਛੋਂ ਘੋੜਿਆਂ ਦੀ ਸੁੰਮਾਂ ਦੇ ਨਾਲ ਲਤਾੜਿਆ ਜਾਂਦਾ ਸੀ। ਫਿਰੋਜ਼ਦੀਨ ਸ਼ਰਫ ਨੇ ਇਹ ਦ੍ਰਿਸ਼ ਆਪਣੀ ਅੱਖੀ ਦੇਖੇ ਸਨ ਤੇ ਉਸ ਨੇ ਇਹਨਾਂ ਦ੍ਰਿਸ਼ਾਂ ਨੂੰ ਇਸ ਤਰ੍ਹਾਂ ਨਾਲ ਚਿਤਰਿਆ ਹੈ। ਸੀਟੀ ਬੀਟੀ ਵਜਾ ਕੇ ਜ਼ੁਲਮ ਵਾਲੀ ਪੁਲਿਸ ਰਸਤਿਆਂ ਵਿੱਚ ਖਲਾਰ ਦੇਣੀ, ਪੁਲਿਸ ਰੋਕਣਾ ਜਾਂਦੇ ਅਕਾਲੀਆਂ ਨੂੰ, ਗਾਲ ਇੱਕ ਸਾਹੇ ਹਜ਼ਾਰ ਦੇਣੀ, ਠੁੱਡੇ ਮਾਰਨੇ ਹੇਠਾਂ ਹੁੱਜ ਉੱਤੋਂ, ਧੱਕੇ ਮਾਰ ਕੇ ਪੱਗ ਉਤਾਰ ਦੇਣੀ, ਬੈਠੇ ਹੋਏ ਨੂੰ ਮਾਰਨੀ ਡਾਂਗ ਨਾਲੇ ਲੋਟ-ਪੋਟ ਹੋਸ਼ ਵਿਸਾਰ ਦੇਣੀ, ਸੀਨਾ ਡਾਹ ਕੇ ਧਰਮੀਆਂ ਮਾਰ ਖਾਣੀ, ਕਰਨੀ ਸੀਨਾ ਜਿਹਾ ਖਾਮੋਸ਼ ਹੋਣਾ, ਉਧਰ ਕੌਮ ਫਰੋਸ਼ੀਆਂ ਦਾ ਹੋਣਾ ਟੋਲਾ, ਇੱਧਰ ਇੱਕ ਧਰਮੀ ਸਿਰ ਫਰੋਸ਼ ਹੋਣਾ, ਸਤਿ ਸ੍ਰੀ ਅਕਾਲ ਦੇ ਬੋਲ ਨਾਰੇ, ਮਾਰ ਖਾਂਦਿਆਂ ਅੰਤ ਬੇਹੋਸ਼ ਹੋਣਾ, ਕੰਘਾ ਕੜਾ ਕਿਰਪਾਨ ਤੇ ਕੇਸ ਕੱਛ ਨੂੰ ਉੱਠ ਕੇ ਦੇਖ ਲੈਣਾ ਜਦੋਂ ਹੋਸ਼ ਹੋਣਾ। ਫਿਰੋਜ਼ਦੀਨ ਸ਼ਰਫ ਮੋਰਚਿਆਂ ਵਿੱਚ ਭਾਗ ਲੈਣ ਲਈ ਜਾਂਦੇ ਜੱਥਿਆਂ ਨੂੰ ਪ੍ਰੇਰਣ ਦੇ ਲਈ ਅਕਾਲ ਤਖਤ ਦੇ ਸਾਹਮਣੇ ਸਜੇ ਦੀਵਾਨਾਂ ਦੇ ਵਿੱਚ ਕਵਿਤਾਵਾਂ ਪੜ੍ਹ ਕੇ ਸੁਣਾਉਂਦੇ ਸਨ। ਪ੍ਰੋਫੈਸਰ ਐਸ ਅਮੋਲ ਦੇ ਸ਼ਬਦਾਂ ਦੇ ਵਿੱਚ ਲੋਕ ਅਕਾਲ ਤਖਤ ਅੰਮ੍ਰਿਤਸਰ ਸਾਹਿਬ ਵਿੱਚ ਕੇਵਲ ਸ਼ਰਫ ਦੀ ਕਵਿਤਾ ਸੁਣਨ ਲਈ ਇਕੱਤਰ ਹੁੰਦੇ ਸਨ ਅਤੇ ਉਹਨਾਂ ਵਿੱਚ ਸੈਂਕੜਿਆਂ ਹੀ ਕਵਿਤਾ ਸੁਣਨ ਦੇ ਪਿੱਛੋਂ ਘਰ ਛੱਡ ਕੇ ਇਹਨਾਂ ਮੋਰਚਿਆਂ ਵਿੱਚ ਜਾ ਕੇ ਸ਼ਹੀਦ ਹੋਣ ਲਈ ਆਪਣਾ ਨਾਮ ਲਿਖਵਾ ਦਿੰਦੇ ਤੇ ਘਰ ਮੁੜਨਾ ਭੁੱਲ ਜਾਂਦੇ ਤੇ ਉਹਨਾਂ ਦੇ ਘਰ ਦੇ ਜੀ ਉੱਥੇ ਹੀ ਆ ਕੇ ਉਹਨਾਂ ਨੂੰ ਹਾਰ ਪਾ ਕੇ ਆਖਰੀ ਅਥਰੂ ਵਹਾਉਂਦੇ। ਇਉਂ ਅਕਾਲੀ ਲਹਿਰ ਨੇ ਪੰਜਾਬੀ ਕਵਿਤਾ ਨੂੰ ਨਵਾਂ ਹੁਲਾਰਾ ਦਿੱਤਾ।